ਸ਼ਹਿਰ ਵਿੱਚ ਵੱਧ ਰਹੇ ਕ੍ਰਾਈਮ ਨੂੰ ਰੋਕਣ ਲਈ ਅਤੇ ਆਟੋ ਵਿੱਚ ਹੋ ਰਹੀਆਂ ਵਾਰਦਾਤਾਂ ਨੂੰ ਘੱਟ ਕਰਨ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਠੋਸ ਕਦਮ ਚੱਕੇ ਨੇ ਅਤੇ ਇਸੇ ਨੂੰ ਲੈ ਕੇ ਇੱਕ ਐਪ ਲਾਂਚ ਕੀਤੀ ਹੈ ਜਿਸ ਦਾ ਨਾਮ ਹੈ ਸੇਵ ਆਟੋ ਪੀਬੀ ਦਾ ਨਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਆਟੋ ਚਾਲਕਾਂ ਦਾ ਸਾਰਾ ਡਾਟਾ ਰਹੇਗਾ ਤੇ ਇਸ ਦੇ ਵਿੱਚ ਇੱਕ ਸਟicker ਵੀ ਲਗਾਇਆ ਜਾਏਗਾ ਜਿਸ ਤੇ ਨਾਕੇ ਤੇ ਖੜੇ ਪੁਲਿਸ ਅਧਿਕਾਰੀਆਂ ਨੂੰ ਆਸਾਨੀ ਹੋ ਜਾਵੇਗੀ। ਲੁਧਿਆਣੇ ਦੇ ਵਿੱਚ ਜਿਹੜੇ 3 ਵੀਲਰਸ ਆਟੋ ਵਗੈਰਾ ਹੈ ਇਹ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਹੈ ਕਿਉਂਕਿ ਲੁਧਿਆਣਾ ਪੰਜਾਬ ਦਾ ਇੱਕ ਮੈਟਰੋਪੋਲੀਟਨ ਸਿਟੀ ਹੈ। ਕਾਫੀ ਸਾਰੇ ਇੱਥੇ ਲੁਧਿਆਣੇ ਦੇ ਵਿੱਚ ਮਾਈਗ੍ਰੈਂਟ ਪਾਪੂਲੇਸ਼ਨ ਵੀ ਰਹਿੰਦੀ ਹੈ ਜਿਹੜੇ ਕਿ ਆਟੋਜ਼ ਵਗੈਰਾ ਚਲਾਉਂਦੇ ਹੈ। ਉਹਨਾਂ ਦੀ ਕਈ ਵਾਰੀ ਵੈਰੀਫਿਕੇਸ਼ਨ ਨਹੀਂ ਹੁੰਦੀ। ਕਈ ਵਾਰੀ ਕੁਝ ਬੰਦਿਆਂ ਨੇ 100 200 ਆਟੋਜ਼ ਰੱਖੇ ਹੋਏ ਹਨ ਜਿਨ੍ਹਾਂ ਨੂੰ ਉਹ ਕਿਰਾਏ 'ਤੇ ਦਿੰਦੇ ਆ ਤੇ ਕੋਈ ਬੰਦਾ ਇੱਕ ਦਿਨ ਲਈ ਕਿਰਾਏ 'ਤੇ ਲੈ ਕੇ ਜਾਂਦਾ ਹੈ। ਉਹ ਆਪਣਾ ਕੰਮ ਕਰਕੇ ਫਿਰ ਆਟੋ ਨੂੰ ਸ਼ਾਮ ਨੂੰ ਉੱਥੇ ਆਪਣੇ ਓਨਰ ਦੇ ਖੜਾ ਕਰ ਜਾਂਦਾ ਹੈ। ਉਹਨਾਂ ਦੀ ਵੈਰੀਫਿਕੇਸ਼ਨ ਨਾ ਤਾਂ ਓਨਰ ਕੋਲ ਹੁੰਦੀ ਹੈ ਨਾ ਪੁਲਿਸ ਕੋਲ ਹੁੰਦੀ ਹੈ ਕਿ ਡਰਾਈਵਰ ਕੌਣ ਹੈ, ਓਨਰ ਕੌਣ ਹੈ। ਇਸ ਸਾਰੀ ਸਮੱਸਿਆ ਨੂੰ ਅਸੀਂ ਕਾਫੀ ਟਾਈਮ ਤੋਂ ਸਟੱਡੀ ਕਰ ਰਹੇ ਸੀ ਤੇ ਇਸ ਦਾ ਫਿਰ ਇੱਕ ਅਸੀਂ ਸਮਾਧਾਨ ਕੱਢਿਆ ਹੈਗਾ ਕਿ ਪੁਲਿਸ ਵੱਲੋਂ ਹਰੇਕ ਜਿਹੜਾ ਵੀ 3 ਵੀਲਰ ਹੈ, ਆਟੋ ਹੈ, ਚਾਹੇ ਉਹ ਬੈਟਰੀ ਦਾ ਹੋਵੇ, ਚਾਹੇ ਇਲੈਕਟ੍ਰਿਕ ਹੋਵੇ, ਚਾਹੇ ਕੋਈ ਹੋਰ ਹੋਵੇ, ਉਹਨਾਂ ਨੂੰ ਅਸੀਂ ਇੱਕ ਯੂਨੀਕ ਆਈਡੀ ਦੇਵਾਂਗੇ। ਪਹਿਲਾਂ ਅਸੀਂ ਹਰੇਕ ਆਟੋ ਨੂੰ ਬੁਲਾ ਕੇ ਉਹਨਾਂ ਦੇ ਡਾਕੂਮੈਂਟਸ ਚੈੱਕ ਕਰਾਂਗੇ। ਡਾਕੂਮੈਂਟਾਂ ਦੇ ਵਿੱਚ ਜ਼ਿਆਦਾ ਕੁਝ ਨਹੀਂ ਹੁੰਦਾ। ਆਰਸੀ ਹੁੰਦੀ ਹੈ ਡਾਕੂਮੈਂਟਸ ਦੇ ਵਿੱਚ, ਡਰਾਈਵਿੰਗ ਲਾਇਸੈਂਸ ਹੁੰਦਾ ਹੈ, ਪੋਲਿਊਸ਼ਨ ਸਰਟੀਫਿਕੇਟ ਹੁੰਦਾ ਹੈ, ਇੱਕ ਅੱਧਾ ਚੀਜ਼ ਆਪਣੀ ਪਰਮਿਟ ਹੁੰਦਾ ਹੈ, ਇੰਸ਼ੋਰੈਂਸ ਹੁੰਦਾ ਹੈ। ਇਹ ਸਾਰੀ ਚੀਜ਼ਾਂ ਚੈੱਕ ਕਰਕੇ ਉਹ ਫਿਰ ਯੂਨੀਕ ਆਈਡੀ ਦਾ ਸਟicker ਅਸੀਂ ਆਟੋ ਦੇ ਉੱਪਰ ਲਗਾ ਦੇਵਾਂਗੇ। ਐਂਡ ਯੂਨੀਕ ਆਈਡੀ ਦਾ ਸਟicker ਦਾ ਫਾਇਦਾ ਇਹ ਹੋਏਗਾ ਕਿ ਪੁਲਿਸ ਦਾ ਜਿਹੜਾ ਮੁਲਾਜ਼ਮ ਕੋਈ ਨਾਕੇ ਤੇ ਖੜਾ ਹੈ ਉਹ ਆਪਣਾ ਦੇਖ ਲੂਗਾ ਕਿ ਪੁਲਿਸ ਦਾ ਸਟicker ਲੱਗਿਆ ਹੋਇਆ। ਇਹਦਾ ਮਤਲਬ ਹੈ ਕਿ ਆਟੋ ਪੂਰੀ ਤਰੀਕੇ ਨਾਲ ਵੈਰੀਫਾਈਡ ਹੈ। ਇਹ ਸਟicker ਜਦੋਂ ਅਸੀਂ ਦੇਵਾਂਗੇ ਉਸ ਆਟੋ ਦਾ ਡਾਟਾ ਸਾਰਾ ਹੀ ਅਸੀਂ ਆਪਣੀ ਇੱਕ ਐਪ, ਸਪੈਸ਼ਲ ਐਪ ਬਣਾਈ ਹੈ ਜਿਹਦਾ ਕਿ ਅਸੀਂ ਨਾਂ ਰੱਖਿਆ ਹੈਗਾ ਸੇਫ ਆਟੋ ਪੀਵੀ, ਪੰਜਾਬ ਲਈ ਪੀਵੀ, ਸੇਫ ਆਟੋ ਪੀਵੀ। ਜੇ ਗੂਗਲ ਸਟੋਰ ਤੇ ਕੋਈ ਐਂਡਰੋਇਡ ਫੋਨ ਦੇ ਵਿੱਚ ਡਾਊਨਲੋਡ ਕਰਨਾ ਚਾਹਵੇ ਕਰ ਸਕਦਾ ਹੈ। ਉਸ ਐਪ ਦੇ ਵਿੱਚ ਅਸੀਂ ਸਾਰਾ ਡਾਟਾ ਉਹਦਾ ਰੱਖਾਂਗੇ। ਹੁਣ ਇਹਦਾ ਪਬਲਿਕ ਨੂੰ ਕੀ ਫਾਇਦਾ ਹੋਵੇਗਾ? ਸਪੋਜ਼ ਪਬਲਿਕ ਨੇ ਕੋਈ ਸਟicker ਲੱਗਿਆ ਵਾਲਾ ਆਟੋ ਦੇਖਿਆ ਕਿ ਜਿਹਦੇ ਤੇ ਪੁਲਿਸ ਦਾ UID ਵਾਲਾ, ਯੂਨੀਕ ਆਈਡੀ ਵਾਲਾ ਸਟicker ਲੱਗਿਆ ਹੋਇਆ ਹੈ, ਉਹ ਪਬਲਿਕ ਇਹ ਚੈੱਕ ਵੀ ਕਰ ਸਕਦੀ ਹੈ ਕਿ ਵਾਕਈ ਪੁਲਿਸ ਵੱਲੋਂ UID ਪੁਲਿਸ ਵੱਲੋਂ ਦਿੱਤਾ ਹੋਇਆ ਕਿ ਐਂ ਤਾਂ ਨਹੀਂ ਕਿ ਡਰਾਈਵਰ ਨੇ ਆਪ ਹੀ ਕਿਤੇ ਪ੍ਰਿੰਟ ਕਰਾ ਕੇ ਲਗਾ ਲਿਆ ਹੋਵੇ। ਉਹ ਐਪ ਦੇ ਵਿੱਚ ਜਦੋਂ ਉਹਦਾ 5 ਡਿਜਿਟ ਦਾ ਕੋਡ ਭਰੂਗੀ ਪਬਲਿਕ, ਇੱਕ ਤਾਂ ਐਲਫਾਬੇਟ ਹੁੰਦਾ ਪਹਿਲਾ ਅੱਖਰ ਤਾਂ, ਤੇ 4 ਡਿਜਿਟਾਂ ਹੁੰਦੀਆਂ ਜਿੱਦਾਂ A1234 ਹੋ ਗਿਆ, ਇਹ ਕੋਡ UID ਨੰਬਰ ਹੈ। ਤੇ ਇਹ ਪਬਲਿਕ ਜਦੋਂ ਉਸ ਐਪ ਦੇ ਵਿੱਚ ਆਪਣਾ UID ਨੰਬਰ ਭਰੂਗੀ ਤੇ ਉਸ ਆਟੋ ਦੇ ਡਰਾਈਵਰ ਦੀ ਫੋਟੋ ਜਦੋਂ ਪੁਲਿਸ ਵੈਰੀਫਿਕੇਸ਼ਨ ਵੇਲੇ ਉਹਨੇ ਜਮ੍ਹਾਂ ਕਰਵਾਈ ਸੀ ਉਹਦੇ ਸਾਰੇ ਹੀ ਡਾਕੂਮੈਂਟ, ਡਰਾਈਵਿੰਗ ਲਾਇਸੈਂਸ, ਉਹਦਾ RC, ਉਹ ਸਾਰੀ ਫੋਟੋਕਾਪੀ ਪਬਲਿਕ ਦੇਖ ਸਕਦੀ ਹੈ ਕਿ ਹਾਂ ਇਹ ਆਟੋ ਵਾਕਈ ਪੁਲਿਸ ਵੱਲੋਂ ਰਜਿਸਟਰਡ ਹੈ। ਐਂਡ ਉਹਦੀ ਅਸੀਂ ਡਰਾਈਵਰਸ ਦੀ ਕੈਰੈਕਟਰ ਵੈਰੀਫਿਕੇਸ਼ਨ ਵਗੈਰਾ ਕਰਾ ਕੇ ਸਾਰਾ ਡਾਟਾਬੇਸ ਮੇਨਟੇਨ ਕਰਾਂਗੇ ਤਾਂ ਕਿ ਕਿਉਂਕਿ ਕਾਫੀ ਟਾਈਮ ਇਹ ਇਸ ਤਰੀਕੇ ਦੀ ਘਟਨਾਵਾਂ ਹੁੰਦੀਆਂ ਕਿ ਜੀ ਆਟੋ ਡਰਾਈਵਰ ਦੀ ਆੜ ਦੇ ਵਿੱਚ ਕੋਈ ਜਿਹੜੇ ਬੰਦੇ 2-4 ਦਿਨ ਲਈ ਆਉਂਦੇ ਆ ਕਿਰਾਏ 'ਤੇ ਆਟੋ ਲੈ ਕੇ ਚਲਾਉਂਦੇ ਆ, ਉਹ ਇਸ ਤਰੀਕੇ ਦੀ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਇਸ ਕਰਕੇ ਇਹ ਯੂਨੀਕ ਆਈਡੀ ਹਰੇਕ ਆਟੋ 'ਤੇ ਅਸੀਂ ਲਗਾਉਣ ਦੀ ਜਿਹੜੀ ਸਕੀਮ ਹੈ ਉਹ ਸਟਾਰਟ ਕੀਤੀ ਹੈ। ਤੇ ਅਸੀਂ ਇਹਨਾਂ ਨੂੰ ਆਟੋਜ਼ ਨੂੰ 15 ਅਗਸਤ ਤੱਕ ਦਾ ਟਾਈਮ ਦਿੱਤਾ ਹੈ ਕਿ ਤੁਸੀਂ 1.5 ਮਹੀਨੇ ਦੇ ਵਿੱਚ ਇਹ ਸਾਰੇ ਆਪਣੇ ਯੂਨੀਕ ਆਈਡੀ ਨੰਬਰ ਪੁਲਿਸ ਵੱਲੋਂ ਲੈ ਕੇ ਉਹ ਲਗਾ ਲੈਣ। ਤੇ ਇਹ ਜਿਹੜੇ ਵੀ ਪੁਲਿਸ ਦੇ ਸਾਂਝ ਕੇਂਦਰ ਲੁਧਿਆਣੇ ਦੇ ਵਿੱਚ ਤਕਰੀਬਨ ਸਾਡੇ ਕੋਲ 30 ਦੇ ਕਰੀਬ ਸਾਂਝ ਕੇਂਦਰ ਹਨ। ਉਹ ਸਾਰਿਆਂ 'ਤੇ ਉਹ ਕਿਸੇ ਵੀ ਸਾਂਝ ਕੇਂਦਰ ਜੋ ਉਹਨਾਂ ਦੇ ਨੀਅਰੈਸਟ ਸਾਂਝ ਕੇਂਦਰ ਹੈ ਉੱਥੇ ਜਾ ਕੇ ਉਹ ਆਪਣਾ ਯੂਨੀਕ ਆਈਡੀ ਵਾਲਾ ਸਟicker ਸਾਰੇ ਡਾਕੂਮੈਂਟਸ ਚੈੱਕ ਕਰਵਾ ਕੇ ਉਹ ਲਗਵਾ ਸਕਦੇ ਹਨ। ਸਰ ਇਹ ਟੋਟਲ ਕਿੰਨੇ ਆਟੋ ਨੇ, ਕਿੰਨੇ ਨਿਗਮ ਨੇ? ਦੇਖੋ ਇਹ ਤਾਂ ਇੱਕ ਗੈਸ ਵਰਕ ਹੀ ਹੈ। ਜਦੋਂ ਅਸੀਂ ਆਪਣਾ ਸਰਵੇ ਕਰਵਾਇਆ ਸੀ ਕੁਝ ਤੇ ਪਤਾ ਲੱਗਿਆ ਸੀ ਕਿ ਤਕਰੀਬਨ 40,000 ਆਟੋ ਹੈ ਤੇ 20,000 ਹੈ ਜਿਹੜੇ ਕਿ ਕੰਡਮ ਹੋਏ ਹੈ ਜਾਂ ਜਿਨ੍ਹਾਂ ਦਾ ਕੋਈ ਰੋਡ ਵਰਦੀ ਨਹੀਂ ਹੈ। ਲੇਕਿਨ ਇਹ ਕਿਉਂਕਿ ਹੁਣ ਆਪਾਂ ਰਜਿਸਟ੍ਰੇਸ਼ਨ ਚਾਲੂ ਕਰ ਰਹੇ ਹਾਂ ਉਹਦੇ ਵਿੱਚ ਡਾਟਾ ਪ੍ਰੋਪਰਲੀ ਆ ਜਾਏਗਾ। ਨਾ ਤਾਂ ਕਾਰਪੋਰੇਸ਼ਨ ਕੋਲ ਡਾਟਾ ਸੀ, ਨਾ ਹੀ RTA ਡਿਪਾਰਟਮੈਂਟ ਕੋਲ ਡਾਟਾ ਪ੍ਰੋਪਰ ਹੈ ਤੇ ਨਾ ਹੀ ਕਿਸੇ ਕੰਪਨੀ ਕੋਲ ਡਾਟਾ ਹੈ। ਤੇ ਉਹ ਸਾਰਾ ਇੱਕ ਜਗ੍ਹਾ ਆਪਣਾ ਇਕੱਠਾ ਹੋ ਜਾਊਗਾ ਐਂਡ ਉਸ ਨੂੰ ਕੋਈ ਵੀ ਬੰਦਾ ਚੈੱਕ ਕਰ ਸਕਦਾ। ਜੇ ਕੋਈ ਰਸਤੇ ਦੇ ਵਿੱਚ ਕੋਈ ਆਟੋ ਜਾ ਰਿਹਾ ਤੁਸੀਂ ਉਹਦਾ UID ਨੰਬਰ ਉਸ ਐਪ ਦੇ ਵਿੱਚ ਫੀਡ ਕਰੋਗੇ, ਉਹ ਤੁਹਾਨੂੰ ਉਹਦੇ ਓਨਰ ਦੀ ਡਿਟੇਲ, ਡਰਾਈਵਰ ਦੀ ਡਿਟੇਲ
ਆਟੋ ਦੀ ਆਰਸੀ, ਉਹ ਸਾਰਾ ਕੁਝ ਤੁਹਾਨੂੰ ਉਹਦੇ ਵਿੱਚ ਸ਼ੋ ਹੋ ਜਾਏਗਾ। ਸਰ ਇਹਦੇ ਵਿੱਚ ਕੱਲਾ ਲੁਧਿਆਣੇ ਦੇ ਹੀ ਆਟੋ ਹੋਣਗੇ ਜਾਂ ਕੋਈ ਦੂਜੇ ਵਾਲੇ ਵੀ ਮਤਲਬ ਕਿ ਇਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ, ਕਿਉਂਕਿ ਕਈ ਦੂਜੇ ਸ਼ਹਿਰਾਂ ਤੋਂ ਵੀ ਆ ਕੇ ਆਟੋ ਲੁਧਿਆਣੇ ਦੇ ਵਿੱਚ ਚਲਾਉਂਦੇ ਨੇ ਜਾਂ ਰਜਿਸਟਰ ਦੂਜੇ ਸ਼ਹਿਰਾਂ ਤੋਂ ਹੁੰਦੇ ਨੇ? ਨਹੀਂ, ਇਹਦੇ ਵਿੱਚ ਦੇਖੋ ਅਸੀਂ ਜੋ ਰੱਖਿਆ ਹੈ ਸਿਸਟਮ, ਆਟੋ ਦੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਹੈ। ਜਿੱਦਾਂ ਆਟੋ ਦੇ ਡਾਕੂਮੈਂਟਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਆਰਸੀ, ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ, ਉਸ ਤੋਂ ਬਾਅਦ ਉਹਦਾ ਪੋਲਿਊਸ਼ਨ ਸਰਟੀਫਿਕੇਟ, ਇੰਸ਼ੋਰੈਂਸ ਤੇ ਪਰਮਿਟ। ਜਿਹੜੇ ਬੰਦੇ ਕੋਲ ਇਹ ਸਾਰੀ ਚੀਜ਼ਾਂ ਹੈਗੀਆਂ, ਉਹ ਭਾਵੇਂ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ, ਜੇ ਉਹਨੇ ਕੋਈ ਆਪਣੇ ਪਰਮਿਟ ਆਰਟੀਏ ਡਿਪਾਰਟਮੈਂਟ ਦਿੰਦਾ ਹੁੰਦਾ ਹੈ, ਜੇ ਉਹਨਾਂ ਤੋਂ ਪਰਮਿਟ ਲਿਆ ਹੋਇਆ ਤੇ ਉਹ ਬੰਦਾ ਚਲਾ ਸਕਦਾ। ਕਿੰਨੇ ਕਿ ਕ੍ਰਾਈਮ ਕੇਸਿਸ ਦੇ ਵਿੱਚ ਆਟੋ ਗੈਂਗ ਦੀ ਇਨਵੋਲਵਮੈਂਟ ਆਈ ਹੈ? ਕਾਈਂਡ ਆਫ ਮੋਸਟਲੀ ਸਨੈਚਿੰਗ ਜਾਂ ਲੁੱਟ ਵਗੈਰਾ ਹੁੰਦੀ ਹੈ? ਦੇਖੋ ਇਹ ਇੱਕ ਗੈਂਗ ਹੈ ਜੋ ਕਿ ਕਈ ਵਾਰੀ ਤਾਂ ਰਿਪੋਰਟ ਨਹੀਂ ਹੁੰਦੇ, ਜਾਂ ਕਈ ਵਾਰੀ ਜਿਹੜੇ ਖਾਸ ਕਰ ਰਾਤ ਨੂੰ ਆਟੋਜ਼ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਚੱਲਦੇ ਹੁੰਦੇ ਆ, ਉਹ ਕਈ ਵਾਰੀ ਆਟੋ ਦੇ ਵਿੱਚ ਆਪ ਹੀ ਉਹ ਜਿਹੜੇ ਡਰਾਈਵਰ ਔਰ ਗੈਂਗ ਹੈ ਉਹ 4-5 ਸਵਾਰੀਆਂ ਆਪ ਹੀ ਬਣ ਕੇ ਬੈਠ ਜਾਂਦੀਆਂ। ਕੋਈ ਇਕੱਲਾ ਬੰਦਾ ਬੈਠਾ ਤੇ ਉਹ ਆਟੋ ਨੂੰ ਇਸ ਤਰੀਕੇ ਨਾਲ ਚਲਾਉਂਦੇ ਆ ਕਿ ਜਿਹੜੇ ਆਪਣੇ ਟੋਹੇ ਹੁੰਦੇ ਆ, ਗੱਡੇ ਗੁੱਡੇ, ਉਹਨਾਂ ਦੇ ਵਿੱਚ ਕੋਈ ਬ੍ਰੇਕ ਬਰੂਕ ਮਾਰ ਕੇ ਉਹਦਾ ਪਰਸ ਪੁਰਸ ਕੱਢ ਲੈਂਦੇ ਆ। ਬੰਦਾ ਤਾਂ ਜਦੋਂ ਘਰ ਪਹੁੰਚਦਾ ਉਹਨੂੰ ਲੱਗਦਾ ਸ਼ਾਇਦ ਮੇਰਾ ਪਰਸ ਤਾਂ ਕਿਤੇ ਰਸਤੇ 'ਚ ਡਿੱਗ ਗਿਆ। ਤੇ ਇਸ ਤਰੀਕੇ ਦੀ ਵੀ ਇੰਸੀਡੈਂਟਸ ਅਨਰਿਪੋਰਟਡ ਵੀ ਜਾਂਦੇ ਕੇਸਿਸ ਜਿਹੜੇ ਨਾ ਅਨਰਿਪੋਰਟਡ ਵੀ ਜਾਂਦੇ ਆ। ਐਂਡ ਕਿਉਂਕਿ ਆਪਣਾ ਇੱਕ ਮੈਟਰੋਪੋਲੀਟਨ ਸਿਟੀ ਹੈ, ਇਸ ਕਰਕੇ ਇਸ ਚੀਜ਼ ਦੀ ਨੀਡ, ਵੀ ਵਰ ਫੀਲਿੰਗ ਦਾ ਨੀਡ ਕਿ ਇਸ ਨੂੰ ਪੂਰੇ ਸਿਸਟਮ ਨੂੰ ਆਰਗੇਨਾਈਜ਼ ਕੀਤਾ ਜਾਵੇ, ਐਂਡ ਉਸ ਮਨਸਾ ਨਾਲ ਇਸ ਨੂੰ ਅਸੀਂ ਆਰਗੇਨਾਈਜ਼ ਕਰ ਰਹੇ ਹਾਂ। ਜਿਹੜੇ ਰਿਕੁਆਇਰਮੈਂਟ ਨਹੀਂ ਪੂਰੀ ਕਰ ਸਕਣਗੇ ਉਹਨਾਂ ਦਾ ਕਿਸ ਤਰ੍ਹਾਂ ਪੁਲਿਸ ਜਿਹਨਾਂ ਕੋਲ ਦੇਖੋ ਇਸ ਨਾਲ ਅਸੀਂ 1.5 ਮਹੀਨੇ ਦਾ ਟਾਈਮ ਦੇ ਰਹੇ ਹਾਂ ਕਿ ਤੁਸੀਂ ਨੀਅਰੈਸਟ ਸਾਂਝ ਕੇਂਦਰ ਤੇ ਜਾ ਕੇ ਆਪਣੇ ਡਾਕੂਮੈਂਟਸ ਸਾਰੇ ਸ਼ੋਅ ਕਰਕੇ, ਉਹ ਡਾਕੂਮੈਂਟਸ ਆਪਾਂ ਐਪ ਦੇ ਵਿੱਚ, ਐਪ ਦੇ 2 ਪਾਰਟ ਹੈ। ਇੱਕ ਪਾਰਟ ਹੈ ਜਿਹੜਾ ਪਬਲਿਕ ਐਕਸੈਸ ਕਰ ਸਕਦੀ ਹੈ, ਦੂਜਾ ਪਾਰਟ ਹੈ ਜਿਹੜਾ ਕਿ ਆਫੀਸ਼ੀਅਲ ਲੌਗਇਨ ਹੈ, ਜਿਹਦੇ ਯੂਜ਼ਰ ਨੇਮ ਪਾਸਵਰਡ ਅਸੀਂ ਸਾਂਝ ਕੇਂਦਰਾਂ ਨੂੰ ਦਿੱਤਾ ਹੋਇਆ ਹੈ। ਉਹ ਯੂਜ਼ਰ ਨੇਮ ਪਾਸਵਰਡ ਫੀਡ ਕਰਕੇ, ਜਦੋਂ ਸਪੋਜ਼ ਤੁਸੀਂ ਆਟੋ ਡਰਾਈਵਰ ਹੋ, ਤੁਸੀਂ ਪਹੁੰਚੇ ਉੱਥੇ ਤੇ ਤੁਹਾਡਾ ਸਾਡਾ ਜਿਹੜਾ ਆਪਰੇਟਰ ਹੈ ਉਹ ਯੂਜ਼ਰ ਨੇਮ ਪਾਸਵਰਡ ਦੇ ਥਰੂ ਐਪ ਦੇ ਵਿੱਚ ਲੌਗਇਨ ਕਰਕੇ ਉਹਦੇ ਕੋਲ ਪਾਵਰ ਆ ਜਾਂਦੀ ਹੈ ਕਿ ਉਹ ਐਪ ਦੇ ਵਿੱਚ ਡਾਟਾ ਫੀਡ ਕਰ ਸਕਦਾ ਹੈ। ਉਹ ਡਾਟਾ ਫੀਡ ਕਰੂਗਾ, ਤੁਹਾਡੀ ਫੋਟੋ ਲਊਗਾ, ਆਟੋ ਦੀ ਫੋਟੋ ਲਊਗਾ, ਆਰਸੀ ਦੀ ਫੋਟੋ ਲਊਗਾ, ਡਰਾਈਵਿੰਗ ਲਾਇਸੈਂਸ, ਸਾਰੇ ਡਾਕੂਮੈਂਟਸ ਦੀ ਫੋਟੋ ਲੈ ਕੇ ਉਸ 'ਚ ਫੀਡ ਕਰ ਦੂਗਾ, ਐਂਡ ਡਰਾਈਵਰ ਦੀ ਫਿਰ ਅਸੀਂ ਵੈਰੀਫਿਕੇਸ਼ਨ ਕਰਵਾ ਲਾਂਗੇ। ਪਬਲਿਕ ਨੂੰ ਉਹ ਐਕਸੈਸ ਕੇਵਲ ਡਾਟਾ ਹੋਣਾ ਹੈ ਜਦੋਂ ਉਹ ਵੈਰੀਫਾਈਡ ਹੋ ਕੇ ਸਾਰਾ ਸਿਸਟਮ ਹੋਏਗਾ। ਸਰ ਪਿਛਲੇ ਟਾਈਮ 'ਚ ਜਿਹੜਾ ਆਟੋ ਓਨਰ ਜਿਹੜਾ ਨਹੀਂ ਰਜਿਸਟ੍ਰੇਸ਼ਨ ਕਰਾਇਆ, ਉਸ ਤੋਂ ਬਾਅਦ ਕੀ ਕਾਰਵਾਈ? ਦੇਖੋ ਅਸੀਂ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੇ ਆਟੋ ਡਰਾਈਵਰਸ ਨੇ ਸਾਰੇ ਲਾਅ ਅਵਾਈਡਿੰਗ ਹੈ। ਜੇ ਉਹਨਾਂ ਕੋਲ ਆਟੋ ਜਿਹੜਾ ਹੈ ਉਹ ਲੀਗਲ ਤਰੀਕੇ ਨਾਲ ਉਹਨਾਂ ਚਲਾ ਰਹੇ ਹੈ ਤੇ ਨਾ ਰਜਿਸਟਰ ਕਰਵਾਉਣ ਦਾ ਕੋਈ ਪਰਪਸ ਨਹੀਂ ਰਹਿ ਜਾਂਦਾ। ਇਹ ਤਾਂ ਪੁਲਿਸ ਦੀ ਉਹਨਾਂ ਤੋਂ ਹਰੈਸਮੈਂਟ ਤੋਂ ਵੀ ਬਚਾਅ ਹੋਏਗਾ, ਕਿਉਂਕਿ ਜਦੋਂ ਸਟicker ਆਪਾਂ ਦੇਖ ਲਿਆ, ਇਹਦਾ ਮਤਲਬ ਹੈ ਕਿ ਆਟੋ ਵੈਰੀਫਾਈਡ ਹੈ, ਕੰਪਲਾਈਂਸ ਉਹ ਪੁਲਿਸ ਦੀ ਸਾਰੀ ਕਰ ਰਿਹਾ ਹੈ। ਜਿਹੜੀ ਆਟੋਸ ਰੈਂਟ ਤੇ ਦਿੰਦੇ ਉਹਦੀ ਇਸ ਤਰੀਕੇ ਦੇ ਜੋ ਆਟੋ ਜੋ ਵੀ ਕੋਈ ਸੜਕ ਤੇ ਆਏਗਾ ਉਹਦੀ ਵੈਰੀਫਿਕੇਸ਼ਨ ਮੈਂਡੇਟਰੀ ਹੋਵੇਗੀ, ਚਾਹੇ ਉਹ ਰੈਂਟ ਵਾਲਾ ਆਟੋ ਹੋਵੇ, ਚਾਹੇ ਉਹ ਆਪਣਾ ਪਰਸਨਲ ਆਟੋ ਹੋਵੇ। ਜਿਹੜਾ ਈ ਰਿਕਸ਼ਾ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ? ਉਹ ਵੀ ਆਟੋ ਚੀਜ਼ਾਂ ਜਾਂਦਾ, ਪਰ ਉਹਦਾ ਕੋਈ ਨੰਬਰ ਨਹੀਂ, ਕੋਈ ਪਲੇਟ ਨਹੀਂ ਹੈ, ਕੋਈ ਵੈਰੀਫਿਕੇਸ਼ਨ ਕਿਸ ਤਰ੍ਹਾਂ ਕੀ ਕਰੋ? ਉਹਦਾ ਅਸੀਂ ਇਸ ਸਿਸਟਮ ਨੂੰ ਅਸੀਂ ਸਟੱਡੀ ਕਰ ਲੈਂਦੇ ਹਾਂ, ਟ੍ਰੈਫਿਕ ਵਿੰਗ ਨੂੰ ਕਹਿ ਕੇ ਸਟੱਡੀ ਕਰਵਾ ਲੈਂਦੇ ਹਾਂ, ਐਂਡ ਈ ਰਿਕਸ਼ਾ ਨੂੰ ਵੀ ਅਸੀਂ ਇਹਦੇ ਥਰੂ ਹੀ ਅਸੀਂ ਰੈਗੂਲੇਟ ਕਰਾਂਗੇ, ਤਾਂ ਕਿ ਐਟਲੀਸਟ ਇੱਕ ਸਿਸਟਮ ਦੇ ਵਿੱਚ ਤਾਂ ਆ ਜਾਏ ਨਾ, ਕਿਉਂਕਿ ਉਹ ਸਵਾਰੀਆਂ ਦੀ ਸਾਲਾਂ ਤੋਂ ਨਹੀਂ ਆ ਰਿਹਾ, ਕਾਫੀ ਸਾਲਾਂ ਤੋਂ ਅਸੀਂ ਸਟੋਰੀਆਂ ਸਰ ਪੁੱਤਰ ਭਾਈਚਾਰਾ ਬਣਾ ਚੁੱਕਿਆ, ਪੁੱਛ ਚੁੱਕਿਆ ਕੋਚ ਸਵਾਰੀਆਂ ਦੀ। ਦੇਖੋ ਸਵਾਰੀਆਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ, ਕਈ ਵਾਰੀ ਲੁੱਟ ਖਸੁੱਟ ਦੀਆਂ ਵਾਰਦਾਤਾਂ ਹੁੰਦੀਆਂ, ਉਹ ਕਈ ਵਾਰੀ ਕਿਸੇ ਨੂੰ ਕੋਈ ਨੁਕਸਾਨ ਜ਼ਿਆਦਾ ਵੀ ਪਹੁੰਚ ਸਕਦਾ ਹੈ। ਇਸੇ ਚੀਜ਼ ਨੂੰ ਦੇਖਦੇ ਨਜ਼ਰ ਰੱਖਦੇ ਹੋਏ, ਐਂਡ ਕਿਉਂਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ, ਉਸ ਚੀਜ਼ ਨੂੰ ਅਸੀਂ ਰੈਗੂਲੇਟ ਕਰ ਰਹੇ ਹਾਂ। ਸਰ ਕੋਈ ਚਾਰਜਿੰਗ ਵੀ ਲੱਗਾਂਗੇ ਸਰ ਇਹਨਾਂ ਦੇ? ਇਹਦੇ ਵਿੱਚ ਅਸੀਂ ਸਾਂਝ ਕੇਂਦਰ ਦੇ ਥਰੂ ਇਹਨਾਂ ਦੇ ਜਿਹੜੇ 150 ਰੁਪਇਆ ਅਸੀਂ ਚਾਰਜ ਰੱਖਿਆ ਹੋਇਆ ਹੈ, ਉਹ ਚਾਰਜਸ ਸਟicker ਚਾਰਜਸ ਪਲੱਸ ਰਜਿਸਟ੍ਰੇਸ਼ਨ